1857 ਵਿੱਚ ਬ੍ਰਿਟੇਨ ਵੱਲੋਂ ਕੀਤੀਆਂ ਕਰਤੂਤਾਂ ਦੇ ਬਹੁਤ ਜ਼ਿਆਦਾ ਉਦਾਹਰਨ ਮਿਲਦੇ ਹਨ, ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਕਰਤੂਤਾਂ ਨੂੰ ਤਾਂ ਬਿਆਨ ਤੱਕ ਨਹੀਂ ਕੀਤਾ ਗਿਆ। ਬ੍ਰਿਟੇਨ ਵੱਲੋਂ ਹੋਣ ਵਾਲੀਆਂ ਜਿਹੜੀ ਕਰੂਰਤਾ ਹੈ, ਇਹ ਸੰਗਠਿਤ ਬ੍ਰਿਟਿਸ਼ ਅਫਸਰਾਂ ਵੱਲੋਂ ਹੁੰਦੀ ਸੀ, ਜਦੋਂ ਕਿ ਇਸੇ ਦੌਰਾਨ ਅਸੰਗਠਿਤ ਲੋਕਾਂ ਵੱਲੋਂ ਕੀਤੀ ਗਈ ਕਰੂਰਤਾ ਨੂੰ ਵਧੇਰੇ ਵਧਾ ਚੜਾ ਕੇ ਪੇਸ਼ ਕੀਤਾ ਗਿਆ ਹੈ। ਅਜਿਹੀ ਹੀ ਇੱਕ ਕਰਤੂਤ ਬ੍ਰਿਟਿਸ਼ ਰਾਜ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਦੀ ਸਾਹਮਣੇ ਆਈ ਹੈ। ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਵੱਲੋਂ ਵਿਸ਼ੇਸ਼ ਪ੍ਰੋਗਰਾਮ GPD ਡਿਸਕਵਰੀ ਅਤੇ ਮੈਂ ਹਾਂ ਪ੍ਰਵੀਨ ਕੋਮਲ। 2014 ਵਿੱਚ ਪੰਜਾਬ ਦੇ ਵਿੱਚ ਅਜਨਾਲਾ ਦੇ ਪੁਰਾਣੇ ਖੂਹ ਦੇ ਵਿੱਚੋਂ ਬਹੁਤ ਸਾਰੇ ਮਨੁੱਖੀ ਪਿੰਜਰ ਮਿਲੇ ਸਨ। ਇਹਨਾਂ ਦੇ ਬਾਰੇ ਹੁਣ ਅਹਿਮ ਖੁਲਾਸੇ ਹੋਏ ਹਨ। 2014 ਨੂੰ ਅਜਨਾਲਾ ਵਿਖੇ ਮਨੁੱਖੀ ਢਾਂਚੇ ਮਿਲਣ ਤੋਂ ਬਾਅਦ ਇਸ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਸਨ। ਇਹ ਵੀ ਮੰਨਿਆ ਗਿਆ ਸੀ ਕਿ ਇਹ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਮਾਰੇ ਗਏ ਲੋਕਾਂ ਦੇ ਅਵਸ਼ੇਸ਼ ਹਨ, ਪਰ ਹੁਣ ਵਿਗਿਆਨਕਾਂ ਵੱਲੋਂ ਮਿਲ ਕੇ ਖੋਜ ਕੀਤੀ ਗਈ ਹੈ ਕਿ ਇਹ ਪਿੰਜਰ ਗੰਗਾ ਦੇ ਮੈਦਾਨ ਦੇ ਫੌਜੀਆਂ ਦੇ ਸਨ। ਇਸ ਖੋਜ ਵਿੱਚ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਲਖਨਊ ਅਤੇ ਹੈਦਰਾਬਾਦ ਦੇ ਵਿਗਿਆਨਕ ਵੀ ਸ਼ਾਮਲ ਰਹੇ ਹਨ। ਖਬਰ ਮੁਤਾਬਕ ਇਹਨਾਂ ਪਿੰਜਰਾਂ ਦੇ DNA ਅਤੇ ਆਈਸੋਟੋਪਸ ਦੇ ਨਿਰੀਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਫੌਜੀ ਗੰਗਾ ਘਾਟ ਦੇ ਖੇਤਰ ਦੇ ਰਹਿਣ ਵਾਲੇ ਸਨ। ਜਾਂਚ ਟੀਮ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਧਿਐਨ ਮੁਤਾਬਕ ਅੰਕੜਿਆਂ ਤੋਂ ਇਹ ਫੌਜੀ 1857 ਦੇ ਵਿਦਰੋਹ ਦੌਰਾਨ ਅੰਗਰੇਜ਼ਾਂ ਵੱਲੋਂ ਮਾਰੇ ਗਏ ਸਨ ਅਤੇ ਇਹ ਬੰਗਾਲ ਇਨਫੈਂਟਰੀ ਬਟਾਲੀਅਨ ਦੇ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਵਿੱਚੋਂ ਸ਼ਾਮਲ ਸਨ। ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰ ਅਜਨਾਲਾ ਵਿੱਚ 3 ਦਿਨਾਂ ਤੱਕ ਚੱਲੀ ਖੁਦਾਈ ਤੋਂ ਬਾਅਦ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੇ ਇੱਕ ਮਹੱਤਵਪੂਰਨ ਅਧਿਆਇ ਦਾ ਖੁਲਾਸਾ ਹੋਇਆ ਸੀ। ਇਸ ਅਧਿਐਨ ਵਿੱਚ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, CSSIR ਹੈਦਰਾਬਾਦ, ਸੈਂਟਰ ਫਾਰ DNA ਫਿੰਗਰਪ੍ਰਿੰਟਿੰਗ ਹੈਦਰਾਬਾਦ ਦੇ ਵਿਗਿਆਨਕ ਸ਼ਾਮਲ ਸਨ, ਜਿਹੜੇ ਕਿ ਪਿਛਲੇ 2 ਸਾਲਾਂ ਤੋਂ ਇਸ ਦੇ ਬਾਰੇ ਕੰਮ ਕਰ ਰਹੇ ਸਨ। ਬਹੁਤ ਸਾਰੇ ਕੰਕਾਲ ਬੁਰੀ ਹਾਲਤ ਵਿੱਚ ਹੋਣ ਕਰਕੇ 50 ਦੰਦਾਂ ਦੇ ਸੈਂਪਲ ਲਏ ਗਏ। ਦੰਦਾਂ ਦੇ ਵਿੱਚ ਮੌਜੂਦ DNA ਦੀ ਜਾਂਚ ਰਾਹੀਂ ਇਹ ਸਿੱਧ ਹੋਇਆ ਹੈ ਕਿ ਇਹ ਲੋਕ ਸਥਾਨਕ ਪੰਜਾਬੀ ਨਾ ਹੋ ਕੇ ਭਾਰਤ ਦੇ ਪੂਰਬੀ ਹਿੱਸੇ ਵਿੱਚੋਂ ਸਨ। DNA ਦੇ ਸੈਂਪਲ ਦੰਦਾਂ ਵਿੱਚੋਂ ਹੀ ਇਸ ਕਾਰਨ ਲਏ ਗਏ ਕਿਉਂਕਿ ਮਨੁੱਖੀ ਦੰਦਾਂ ਉੱਪਰ ਮੌਜੂਦ ਇਨੈਮਲ ਦੀ ਪਰਤ ਬਹੁਤ ਸਖਤ ਹੁੰਦੀ ਹੈ ਅਤੇ ਇਸ ਕਾਰਨ ਦੰਦਾਂ ਦੇ ਵਿੱਚ ਮੌਜੂਦ DNA ਸੁਰੱਖਿਅਤ ਰਹਿੰਦਾ ਹੈ। ਕਿਸੇ ਖਾਸ ਇਲਾਕੇ ਦੇ ਲੋਕਾਂ ਵੱਲੋਂ ਖਾਧੀ ਗਈ ਖੁਰਾਕ, ਪਾਣੀ DNA ਨੂੰ ਪ੍ਰਭਾਵਿਤ ਕਰਦੇ ਹਨ। MTDNA ਕਾਰਬਨ ਅਤੇ ਆਕਸੀਜਨ ਆਈਸੋਟੋਪ ਤਕਨੀਕ ਰਾਹੀਂ ਇਹਨਾਂ ਅਵਸ਼ੇਸ਼ਾਂ ਦੇ ਸੈਂਪਲ ਦਾ ਮੁਆਇਨਾ ਕੀਤਾ ਗਿਆ। ਜੀਨੋਮ ਸੀਕੁਐਂਸਿੰਗ ਰਾਹੀਂ ਇਹ ਪਤਾ ਲੱਗਿਆ ਕਿ ਜਿਹੜੇ ਇਹ ਅਵਸ਼ੇਸ਼ ਸੀ, ਇਹਨਾਂ ਦੇ DNA ਪੰਜਾਬ ਦੇ ਸਥਾਨਕ ਲੋਕਾਂ ਦੇ ਨਾਲ ਮੇਲ ਨਹੀਂ ਖਾਂਦੇ, ਸਗੋਂ ਮੌਜੂਦਾ ਭਾਰਤ ਦੇ ਪੂਰਬੀ ਹਿੱਸੇ ਦੇ ਲੋਕਾਂ ਦੇ ਜੀਨੋਮ ਸੀਕੁਐਂਸਿੰਗ ਨਾਲ ਮਿਲਦੇ ਹਨ। ਇਹ ਲੋਕ ਇੰਡੋ ਗੰਗੈਟਿਕ ਇਲਾਕੇ ਨਾਲ ਸੰਬੰਧਿਤ ਸਨ, ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਹੈ। ਇਹਨਾਂ ਅਵਸ਼ੇਸ਼ਾਂ ਨਾਲ ਮਿਲੇ ਸਿੱਕਿਆਂ ਤੋਂ ਇਹ ਸਿੱਧ ਹੁੰਦਾ ਸੀ ਕਿ ਬਰਤਾਨਵੀ ਭਾਰਤੀ ਫੌਜ ਨਾਲ ਸੰਬੰਧਿਤ ਹਨ। 1857 ਵੇਲੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣੀ ਕਿਤਾਬ ਵਿੱਚ ਕਿਹਾ ਗਿਆ ਸੀ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਰੈਜੀਮੈਂਟ ਦੇ 2082 ਫੌਜੀਆਂ ਵੱਲੋਂ ਬਗਾਵਤ ਕੀਤੀ ਗਈ ਸੀ। ਕੁਝ ਬਰਤਾਨਵੀ ਅਫਸਰਾਂ ਦੇ ਕਤਲ ਤੋਂ ਬਾਅਦ ਉਹ ਫਰਾਰ ਹੋ ਗਏ ਸਨ ਅਤੇ ਉਹਨਾਂ ਨੂੰ ਪੰਜਾਬ ਦੇ ਅਜਨਾਲਾ ਕੋਲ ਫੜਿਆ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਉੱਥੇ ਹੀ ਖੂਹ ਵਿੱਚ ਦੱਬ ਦਿੱਤਾ ਗਿਆ ਸੀ। ਇਹ ਫੌਜੀ ਮੌਜੂਦਾ ਭਾਰਤ ਦੇ ਪੂਰਬੀ ਇਲਾਕੇ ਤੋਂ ਹੀ ਇਸ ਰੈਜੀਮੈਂਟ ਦਾ ਹਿੱਸਾ ਸਨ। ਇਹਨਾਂ ਸੈਂਪਲਾਂ ਦੇ ਅੱਗੇ ਅਧਿਐਨ ਵਾਸਤੇ ਇਹਨਾਂ ਨੂੰ ਹੰਗਰੀ ਅਤੇ ਮਾਨਚੈਸਟਰ ਦੀਆਂ ਸੰਸਥਾਵਾਂ ਵਿੱਚ ਵੀ ਭੇਜਿਆ ਗਿਆ ਹੈ। ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਦੇ ਹੇਠ ਦੱਬੇ ਹੋਏ ਖੂਹ ਦੀ ਖੁਦਾਈ ਤੋਂ ਬਾਅਦ ਸਬੂਤ ਮਿਲੇ ਸਨ ਕਿ 1857 ਦੀ ਫੌਜੀ ਬਗਾਵਤ ਤੋਂ ਬਾਅਦ ਬ੍ਰਿਟਿਸ਼ ਹਾਕਮਾਂ ਨੇ 282 ਭਾਰਤੀ ਫੌਜੀਆਂ ਨੂੰ ਮਾਰ ਕੇ ਇਸ ਖੂਹ ਵਿੱਚ ਦੱਬ ਦਿੱਤਾ ਸੀ। ਪਿਛਲੇ ਕਈ ਸਾਲਾਂ ਤੋਂ ਇਸ ਮੁਹਿੰਮ ਵਿੱਚ ਲੱਗੇ ਹੋਏ ਸੁਰਿੰਦਰ ਕੋਛੜ ਨੇ ਉਸ ਸਮੇਂ ਦੱਸਿਆ ਸੀ ਕਿ ਖੁਦਾਈ ਤੋਂ ਬਾਅਦ ਲਗਭਗ 90 ਖੋਪੜੀਆਂ, 170 ਸਾਬਤ ਜਵਾੜੇ, 26 ਖੋਪੜੀਆਂ ਸਮੇਤ ਪਿੰਜਰ ਅਤੇ 5000 ਤੋਂ ਜ਼ਿਆਦਾ ਦੰਦ ਮਿਲੇ ਸਨ। ਇਸ ਦੇ ਇਲਾਵਾ 1830-40 ਦੇ ਸਮੇਂ ਦੇ ਈਸਟ ਇੰਡੀਆ ਕੰਪਨੀ ਦੇ 70 ਸਿੱਕੇ, 2 ਬ੍ਰਿਟਿਸ਼ ਸੈਨਾ ਮੈਡਲ, 3 ਸੋਨੇ ਦੇ ਬਾਜੂਬੰਦ, 4 ਅੰਗੂਠੀਆਂ ਤੇ ਕੁਝ ਗੋਲੀਆਂ ਵੀ ਖੁਦਾਈ ਵਿੱਚ ਮਿਲੀਆਂ ਸਨ।
ਇਹਨਾਂ ਚੀਜ਼ਾਂ ਤੇ ਫੌਜੀਆਂ ਦੇ ਢਾਂਚਿਆਂ ਨੂੰ ਉਸ ਸਮੇਂ ਗੁਰਦੁਆਰੇ ਦੇ ਕੰਪਲੈਕਸ ਵਿੱਚ ਹੀ ਰੱਖਿਆ ਗਿਆ ਸੀ, ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਸਨ। ਸੁਰਿੰਦਰ ਕੋਛੜ ਅਨੁਸਾਰ ਉਹਨਾਂ ਦੇ ਜਿਹੜਾ ਅਭਿਆਨ ਸੀ, ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਕਿ ਖੂਹ ਦੇ ਉੱਪਰ ਬਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਉੱਥੋਂ ਗੁਰਦੁਆਰਾ ਹਟਾ ਕੇ ਖੂਹ ਲੱਭਣ ਲਈ ਖੁਦਾਈ ਲਈ ਰਾਜੀ ਕਰਨਾ। ਸੁਰਿੰਦਰ ਨੇ ਉਹਨਾਂ ਨੂੰ ਸਾਰੇ ਜਿਹੜੇ ਉਪਲਬਧ ਸਬੂਤ ਸੀ ਵਿਖਾਏ ਅਤੇ ਇਸ ਗੱਲ ਲਈ ਰਾਜੀ ਕਰ ਲਿਆ ਕਿ 10-12 ਫੁੱਟ ਖੁਦਾਈ ਕਰਕੇ ਇਹ ਵੇਖਿਆ ਜਾਵੇਗਾ ਕਿ ਖੂਹ ਦੀ ਦੀਵਾਰ ਦਿਖਾਈ ਦੇ ਰਹੀ ਹੈ ਜਾਂ ਨਹੀਂ। ਜਿਵੇਂ ਹੀ ਖੁਦਾਈ ਵਿੱਚ ਉਹਨਾਂ ਨੂੰ ਖੂਹ ਦੀ ਦੀਵਾਰ ਦਿਖੀ ਤਾਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਸੀ ਕਿ ਕੋਛੜ ਦੇ ਤਰਕਾਂ ਵਿੱਚ ਦਮ ਹੈ। ਜਦੋਂ ਖੁਦਾਈ ਸ਼ੁਰੂ ਹੋਈ ਤਾਂ ਪਹਿਲੇ ਦਿਨ ਹੱਡੀਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਅਗਲੇ ਦਿਨ ਜਦੋਂ ਇੱਕ ਕੰਕਾਲ ਦੀ ਮੁੱਠੀ ਨੂੰ ਖੋਲ੍ਹਿਆ ਗਿਆ ਤਾਂ ਉਸ ਦੇ ਵਿੱਚ 11 ਸਿੱਕੇ ਮਿਲੇ ਤੇ ਜਦੋਂ ਉਹਨਾਂ ਨੇ ਪੌਣੇ 14 ਫੁੱਟ ਖੁਦਾਈ ਕਰ ਲਈ ਤਾਂ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਕਿ ਖੂਹ 17 ਫੁੱਟ ਡੂੰਘਾ ਹੈ। ਕੋਛੜ ਅਨੁਸਾਰ ਅੰਤ ਵਿੱਚ 22 ਖੋਪੜੀਆਂ ਇਕੱਠੀਆਂ ਮਿਲੀਆਂ ਜੋ ਬੁਰੀ ਤਰ੍ਹਾਂ ਗਲੀਆਂ ਹੋਈਆਂ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜਦੋਂ ਇਹਨਾਂ ਨੂੰ ਖੂਹ ਵਿੱਚ ਸੁੱਟਿਆ ਗਿਆ ਤਾਂ ਉਸ ਵਿੱਚ ਥੋੜ੍ਹਾ ਬਹੁਤ ਪਾਣੀ ਜ਼ਰੂਰ ਹੋਵੇਗਾ। ਉੱਪਰ ਮਿਲਣ ਵਾਲੇ ਜਿਹੜੇ ਪਿੰਜਰ ਸੀ ਉਹ ਸਾਬਤ ਸਨ। 10 ਮਈ 1857 ਨੂੰ ਮੇਰਠ ਛਾਉਣੀ ਤੋਂ ਈਸਟ ਇੰਡੀਆ ਕੰਪਨੀ ਦੇ ਖਿਲਾਫ ਸ਼ੁਰੂ ਹੋਈ ਭਾਰਤੀ ਫੌਜੀਆਂ ਦੀ ਬਗਾਵਤ ਦੀ ਖਬਰ ਪੰਜਾਬ ਦੇ ਵਿੱਚ ਪਹੁੰਚ ਗਈ ਸੀ। 13 ਮਈ 1857 ਦੀ ਸਵੇਰ ਦੀ ਪਰੇਡ ਦੌਰਾਨ ਬੰਗਾਲ ਨੇਟਿਵ ਇਨਫੈਂਟਰੀ ਦੀ 26 ਰੈਜੀਮੈਂਟ ਦੇ ਫੌਜੀਆਂ ਤੋਂ ਇਹਤਿਆਤ ਵਜੋਂ ਹਥਿਆਰ ਲੈ ਕੇ ਉਹਨਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ। ਹਾਲਾਂਕਿ ਉਦੋਂ ਤੱਕ ਉਹਨਾਂ ਨੇ ਕਿਸੇ ਬਗਾਵਤ ਵਿੱਚ ਹਿੱਸਾ ਨਹੀਂ ਲਿਆ ਸੀ। ਜਦੋਂ ਪਤਾ ਲੱਗਿਆ ਕਿ ਇਹਨਾਂ ਨੂੰ ਮਾਰਨ ਦੀ ਸਕੀਮ ਬਣਾਈ ਜਾ ਰਹੀ ਹੈ ਤਾਂ ਲਾਹੌਰ ਦੀ ਮੀਆਂ ਵਾਲੀ ਛਾਉਣੀ ਦੀ ਇੱਕ ਨਿਹੱਥੀ ਪਲਟਨ ਨੇ 30 ਜੁਲਾਈ 1857 ਨੂੰ ਬਗਾਵਤ ਕਰ ਦਿੱਤੀ। ਪਲਟਨ ਦਾ ਇੱਕ ਫੌਜੀ ਪ੍ਰਕਾਸ਼ ਪਾਂਡੇ ਮੇਜਰ ਸਪੈਂਸਰ ਨੂੰ ਉਸ ਦੀ ਹੀ ਤਲਵਾਰ ਨਾਲ ਮਾਰ ਕੇ ਆਪਣੀ ਪਲਟਨ ਦੇ ਫੌਜੀਆਂ ਸਮੇਤ ਉੱਥੋਂ ਭੱਜ ਨਿਕਲਿਆ। ਭੱਜਣ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਅੰਗਰੇਜ਼ ਅਤੇ 2 ਭਾਰਤੀ ਅਫਸਰਾਂ ਨੂੰ ਵੀ ਮਾਰ ਦਿੱਤਾ। 30 ਜੁਲਾਈ 1857 ਨੂੰ ਲਾਹੌਰ ਤੋਂ ਭੱਜੇ ਨਿਹੱਥੇ ਹਿੰਦੁਸਤਾਨੀ ਫੌਜੀਆਂ ਦਾ ਜਥਾ 31 ਜੁਲਾਈ ਨੂੰ ਸਵੇਰੇ 8 ਵਜੇ ਅਜਨਾਲਾ ਤੋਂ 6-7 ਮੀਲ ਪਿੱਛੇ ਰਾਵੀ ਨਦੀ ਦੇ ਕੰਢੇ ਵਸੇ ਪਿੰਡ ਡੱਡੀਆਂ ਕੋਲ ਬਾਲ ਘਾਟਾ ਪਹੁੰਚਿਆ। ਉਹਨਾਂ ਨੇ ਪਿੰਡ ਦੇ ਜ਼ਿਮੀਂਦਾਰਾਂ ਤੋਂ ਪੈਦਲ ਨਦੀ ਪਾਰ ਕਰਨ ਦਾ ਰਸਤਾ ਪੁੱਛਿਆ। ਜ਼ਿਮੀਂਦਾਰਾਂ ਦੇ ਮਨ ਵਿੱਚ ਇਨਾਮ ਦੇ ਲਾਲਚ ਕਾਰਨ ਗੱਦਾਰੀ ਦੀ ਭਾਵਨਾ ਪੈਦਾ ਹੋ ਗਈ। ਜ਼ਿਮੀਂਦਾਰਾਂ ਨੇ ਉਹਨਾਂ ਭੁੱਖੇ ਪਿਆਸੇ ਫੌਜੀਆਂ ਨੂੰ ਰੋਟੀ ਪਾਣੀ ਦਾ ਲਾਲਚ ਦੇ ਕੇ ਉੱਥੇ ਰੋਕ ਲਿਆ ਤੇ ਪਿੰਡ ਦੇ ਇੱਕ ਚੌਕੀਦਾਰ ਸੁਲਤਾਨ ਖਾਨ ਦੇ ਹੱਥ ਇਹ ਸੂਚਨਾ ਸੋਢੀਆਂ ਦੇ ਤਹਿਸੀਲਦਾਰ ਪ੍ਰਾਣਨਾਥ ਨੂੰ ਭੇਜ ਦਿੱਤੀ, ਜਿਸ ਨੇ ਖਬਰ ਤੁਰੰਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਨੂੰ ਭਿਜਵਾ ਦਿੱਤੀ ਤੇ ਨਾਲ ਹੀ ਥਾਣੇ ਅਤੇ ਤਹਿਸੀਲ ਵਿੱਚ ਮੌਜੂਦ ਸਾਰੇ ਫੌਜੀਆਂ ਨੂੰ ਇਕੱਠੇ ਕਰਕੇ 2 ਕਿਸ਼ਤੀਆਂ ਵਿੱਚ ਇਹਨਾਂ ਬਾਗੀ ਸਿਪਾਹੀਆਂ ਦੇ ਖਾਤਮੇ ਲਈ ਭੇਜ ਦਿੱਤਾ। ਇਹਨਾਂ ਫੌਜੀਆਂ ਨੇ ਪਹੁੰਚਦੇ ਹੀ ਨਿਹੱਥੇ ਥੱਕੇ ਹੋਏ ਫੌਜੀਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ 150 ਸੈਨਿਕ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਰਾਵੀ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ 50 ਸੈਨਿਕਾਂ ਨੇ ਗੋਲੀਆਂ ਤੋਂ ਬਚਣ ਲਈ ਖੁਦ ਹੀ ਰਾਵੀ ਨਦੀ ਵਿੱਚ ਛਾਲ ਮਾਰ ਦਿੱਤੀ। ਸ਼ਾਮ 4 ਵਜੇ ਤੱਕ ਫਰੈਡਰਿਕ ਕੂਪਰ ਵੀ ਆਪਣੇ 80 ਘੋੜਸਵਾਰਾਂ ਦੇ ਦਸਤੇ ਨਾਲ ਮੌਕੇ ਤੇ ਪਹੁੰਚ ਗਿਆ। ਉਹਦੇ ਨਾਲ ਹੀ ਕਰਨਲ ਵਾਈਡ, ਰਿਸਾਲਦਾਰ ਸਾਹਿਬ ਖਾਨ ਟਿਵਾਣਾ, ਰਿਸਾਲਦਾਰ ਬਰਕਤ ਅਲੀ, ਜਨਰਲ ਹਰਸੁਖ ਰਾਏ ਅਤੇ ਰਾਜਾ ਸਾਂਸੀ ਤੋਂ ਸ਼ਮਸ਼ੇਰ ਸਿੰਘ ਸੰਘਾਵਾਲੀਆਂ ਵੀ ਆਪਣੇ ਆਪਣੇ ਸੈਨਿਕ ਲੈ ਕੇ ਉੱਥੇ ਪਹੁੰਚੇ। ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਜਿਉਂਦੇ ਫੜੇ ਗਏ ਇਹਨਾਂ ਹਿੰਦੁਸਤਾਨੀ ਫੌਜੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਅੱਧੀ ਰਾਤ ਦੇ ਸਮੇਂ ਅਜਨਾਲਾ ਲਿਆਂਦਾ ਗਿਆ। ਇਹਨਾਂ ਦੇ ਵਿੱਚੋਂ 237 ਸਿਪਾਹੀਆਂ ਨੂੰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਬਾਕੀ ਬਚੇ 45 ਫੌਜੀਆਂ ਨੂੰ ਅਜਨਾਲਾ ਦੇ ਇੱਕ ਛੋਟੇ ਜਿਹੇ ਬੁਰਜ ਵਿੱਚ ਤੋੜ ਦਿੱਤਾ ਗਿਆ, ਠੂਸ ਕੇ ਭਰ ਦਿੱਤਾ ਗਿਆ। ਇਹਨਾਂ ਸਾਰਿਆਂ ਨੂੰ ਪਹਿਲਾਂ 31 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਤੇਜ਼ ਮੀਂਹ ਦੇ ਕਾਰਨ ਫਾਂਸੀ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। 1 ਅਗਸਤ 1857 ਨੂੰ ਬਕਰੀਦ ਸੀ। ਅਗਲੇ ਦਿਨ ਪੌਂ ਫੁੱਟਦੇ ਹੀ 237 ਸੈਨਿਕਾਂ ਨੂੰ 10-10 ਦੇ ਸਮੂਹ ਦੇ ਵਿੱਚ ਥਾਣੇ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਲਿਆਂਦਾ ਗਿਆ। ਉੱਥੇ 10 ਸਿਪਾਹੀਆਂ ਨੇ ਪਹਿਲਾਂ ਹੀ ਉਹਨਾਂ ਤੇ ਨਿਸ਼ਾਨਾ ਲਗਵਾਉਣ ਲਈ ਪੋਜੀਸ਼ਨਾਂ ਲੈ ਰੱਖੀਆਂ ਸਨ। ਉਹਨਾਂ ਨੇ ਕੂਪਰ ਦਾ ਇਸ਼ਾਰਾ ਮਿਲਦੇ ਹੀ ਹਿੰਦੁਸਤਾਨੀ ਸਿਪਾਹੀਆਂ ਦੇ ਉੱਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਤੇ 10 ਵਜੇ ਤੱਕ ਉੱਥੇ 237 ਸੈਨਿਕਾਂ ਦੀਆਂ ਲਾਸ਼ਾਂ ਵਿਛ ਚੁੱਕੀਆਂ ਸਨ। ਇਸ ਤੋਂ ਬਾਅਦ ਜਦੋਂ ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਦੇ ਅੰਦਰ ਤੂੜ ਕੇ ਭਰੇ 45 ਫੌਜੀਆਂ ਵਿੱਚੋਂ
ਕੁਝ ਸਾਹ ਘੁੱਟਣ ਕਾਰਨ ਪਹਿਲਾਂ ਹੀ ਦਮ ਤੋੜ ਚੁੱਕੇ ਸਨ ਅਤੇ ਬਾਕੀ ਬਚੇ ਲੋਕ ਅਧਮੋਈ ਹਾਲਤ ਵਿੱਚ ਸਨ। ਕੂਪਰ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਗੋਲੀਆਂ ਨਾਲ ਮਾਰੇ ਗਏ ਸੈਨਿਕਾਂ ਦੇ ਨਾਲ ਨਾਲ ਇਹਨਾਂ ਅਧਮਰੇ ਸੈਨਿਕਾਂ ਨੂੰ ਵੀ ਥਾਣੇ ਦੇ ਮੈਦਾਨ ਕੋਲ ਮੌਜੂਦ ਪਾਣੀ ਰਹਿਤ ਖੂਹ ਵਿੱਚ ਸੁੱਟ ਕੇ ਖੂਹ ਦਾ ਮੂੰਹ ਮਿੱਟੀ ਨਾਲ ਬੰਦ ਕਰ ਦਿੱਤਾ ਜਾਵੇ। ਇਸ ਤਰ੍ਹਾਂ ਪਿਛਲੇ 48 ਘੰਟਿਆਂ ਵਿੱਚ ਬੰਗਾਲ ਨੇਟਿਵ ਇਨਫੈਂਟਰੀ ਦੀ 26 ਰੈਜੀਮੈਂਟ ਦੇ 500 ਸੈਨਿਕ ਮਾਰੇ ਜਾ ਚੁੱਕੇ ਸਨ। ਅੰਮ੍ਰਿਤਸਰ ਡਿਸਟ੍ਰਿਕਟ ਗਜ਼ੇਟੀਅਰ 1892-93 ਦੇ ਅਨੁਸਾਰ ਇਸ ਤੋਂ ਬਾਅਦ ਖੂਹ ਦੇ ਉੱਪਰ ਇੱਕ ਉੱਚਾ ਟਿੱਬਾ ਬਣਾ ਦਿੱਤਾ ਗਿਆ, ਟਿੱਲਾ। ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕੂਪਰ ਨੇ ਆਪਣੀ ਕਿਤਾਬ ਕ੍ਰਾਈਸਿਸ ਇਨ ਦਾ ਪੰਜਾਬ ਵਿੱਚ ਲਿਖਿਆ ਹੈ ਕਿ ਸਾਡੇ ਸੈਨਿਕਾਂ ਨੇ ਥੱਕੇ ਹੋਏ ਬਾਗੀ ਸੈਨਿਕਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਗਿਣਤੀ 500 ਦੇ ਕਰੀਬ ਸੀ, ਜਿਹੜੇ ਕਿ ਭੁੱਖ ਅਤੇ ਪਿਆਸ ਨਾਲ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਨਦੀ ਦੀਆਂ ਤੇਜ਼ ਲਹਿਰਾਂ ਦੇ ਅੱਗੇ ਠਹਿਰ ਨਹੀਂ ਸਕੇ ਤੇ ਉਸ ਸਮੇਂ ਬੜਾ ਤੇਜ਼ ਮੀਂਹ ਪੈ ਰਿਹਾ ਸੀ। ਜ਼ਾਲਮ ਕੂਪਰ ਅੱਗੇ ਲਿਖਦਾ ਹੈ ਕਿ ਫੜੇ ਗਏ ਫੌਜੀਆਂ ਨੂੰ ਦਰਦਨਾਕ ਮੌਤ ਦੇਣ ਦੇ ਲਈ ਮੈਂ ਉਹਨਾਂ ਨੂੰ ਫਾਂਸੀ ਲਟਕਾਉਣਾ ਚਾਹੁੰਦਾ ਸੀ। ਇਸ ਲਈ ਮੈਂ ਸੋਢੀਆਂ ਤੋਂ ਇੱਕ ਲੰਬਾ ਰੱਸਾ ਵੀ ਮੰਗਵਾ ਲਿਆ ਸੀ, ਪਰ ਆਸ-ਪਾਸ ਕੋਈ ਮਜ਼ਬੂਤ ਦਰਖਤ ਨਾ ਹੋਣ ਕਾਰਨ ਮੈਨੂੰ ਆਪਣਾ ਵਿਚਾਰ ਬਦਲਣਾ ਪਿਆ। ਉਸ ਤੇਜ਼ ਮੀਂਹ ਦੇ ਵਿੱਚ ਹੀ ਉਹਨਾਂ ਸਿਪਾਹੀਆਂ ਦੇ ਜ਼ਬਰਦਸਤੀ ਧਾਰਮਿਕ ਚਿੰਨ੍ਹ, ਮਾਲਾ ਅਤੇ ਜਨੇਊ ਵਗੈਰਾ ਤੋੜ ਕੇ ਪਾਣੀ ਵਿੱਚ ਸੁੱਟ ਦਿੱਤੇ ਗਏ। ਅਗਲੇ ਦਿਨ ਉਹਨਾਂ ਵਿੱਚੋਂ ਜਿਹੜੇ ਫੌਜੀ ਹਾਲੇ ਜਿਉਂਦੇ ਸਨ ਉਹਨਾਂ ਨੂੰ ਮਾਰੇ ਗਏ ਸੈਨਿਕਾਂ ਦੇ ਨਾਲ ਹੀ ਜਿਉਂਦਿਆਂ ਹੀ ਖੂਹ ਵਿੱਚ ਸੁੱਟ ਕੇ ਰੇਤ ਨਾਲ ਦਬਾ ਦਿੱਤਾ ਗਿਆ, ਮਿੱਟੀ ਪਾ ਦਿੱਤੀ ਗਈ ਉੱਤੇ। 1857 ਵਿੱਚ ਵਿਦਰੋਹੀਆਂ ਵੱਲੋਂ ਕੀਤੇ ਗਏ ਕਾਨਪੁਰ ਹੱਤਿਆਕਾਂਡ ਤੇ ਤਾਂ ਕੈਂਬਰਿਜ ਯੂਨੀਵਰਸਿਟੀ ਵਿੱਚ ਕਾਫੀ ਅਧਿਐਨ ਹੋਇਆ ਹੈ, ਜਦਕਿ ਅਜਨਾਲਾ ਹੱਤਿਆਕਾਂਡ ਵਾਲੀ ਕਰਤੂਤ ਦੇ ਉੱਤੇ ਕਿਸੇ ਵਿਦੇਸ਼ੀ ਜਾਂ ਭਾਰਤ ਦੇ ਕਿਸੇ ਵੀ ਅਧਿਐਨਕਰਤਾ ਦੀ ਨਜ਼ਰ ਬਹੁਤ ਘੱਟ ਗਈ ਹੈ। ਸ਼ਹੀਦਗੰਜ ਗੁਰਦੁਆਰਾ ਕੰਪਲੈਕਸ, ਜਿੱਥੇ ਕਿ ਖੂਹ ਦੇ ਵਿੱਚੋਂ ਇਹ ਹੱਡੀਆਂ ਮਿਲੀਆਂ ਸਨ, ਉਸ ਦੀ ਉਸ ਸਮੇਂ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਅਮਰਜੀਤ ਸਿੰਘ ਸਰਕਾਰੀਆ ਨੇ ਮੰਗ ਕੀਤੀ ਸੀ ਕਿ ਇਹਨਾਂ ਹੱਡੀਆਂ ਦੇ ਅਵਸ਼ੇਸ਼ਾਂ ਦਾ DNA ਟੈਸਟ ਕਰਵਾਇਆ ਜਾਵੇ ਤੇ ਇਹਨਾਂ ਦਾ ਪੂਰੇ ਸੈਨਿਕ ਸਨਮਾਨ ਨਾਲ ਵਿਧੀ ਪੂਰਵਕ ਅੰਤਿਮ ਸੰਸਕਾਰ ਕੀਤਾ ਜਾਵੇ। ਸਰਕਾਰੀਆ ਦੀ ਇਹ ਵੀ ਮੰਗ ਸੀ ਕਿ ਉਹਨਾਂ ਦੀ ਯਾਦ ਵਿੱਚ ਇੱਕ ਸਮਾਰਕ ਵੀ ਬਣਾਇਆ ਜਾਵੇ। ਜਲਿਆਂਵਾਲਾ ਖੂਹ ਦੇ ਨਾਂ ਨਾਲ ਮਸ਼ਹੂਰ ਇਸ ਖੂਹ ਦਾ ਨਾਂ ਬਦਲ ਕੇ ਸ਼ਹੀਦਾਂ ਦਾ ਖੂਹ ਰੱਖ ਦਿੱਤਾ ਗਿਆ ਸੀ। ਜਿਸ ਜੇਲ੍ਹ ਦੇ ਵਿੱਚ ਇਹਨਾਂ ਸੈਨਿਕਾਂ ਨੂੰ ਰੱਖਿਆ ਗਿਆ ਸੀ ਉਹ ਹੁਣ ਵੀ ਮੌਜੂਦ ਹੈ, ਪਰ ਹੁਣ ਉਸ ਦੇ ਖੰਡਹਰ ਹੀ ਬਾਕੀ ਬਚੇ ਹਨ। ਸੋ ਅੰਗਰੇਜ਼ਾਂ ਦੁਆਰਾ ਭਾਰਤ ਨੂੰ ਲੁੱਟਣ ਅਤੇ ਕੁੱਟਣ ਦੀਆਂ ਜ਼ਾਲਮਾਨਾ ਕਾਰਵਾਈਆਂ ਦੀ ਇੱਕ ਲੰਬੀ ਫਹਿਰਿਸਤ ਹੈ, ਪਰ ਅਸੀਂ ਭਾਰਤੀ ਬਹੁਤ ਛੇਤੀ ਅਜਿਹੀਆਂ ਵਹਿਸ਼ੀ ਘਟਨਾਵਾਂ ਨੂੰ ਭੁੱਲ ਜਾਂਦੇ ਹਾਂ। ਗੱਲ ਪੰਜਾਬ ਦੀ ਵੱਲੋਂ ਅਸੀਂ ਭਾਰਤ ਦੀ ਜੰਗੇ ਆਜ਼ਾਦੀ ਦੇ ਇਹਨਾਂ ਸੂਰਮੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ। ਜੈ ਹਿੰਦ। जो शहीद हुए हैं